ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 7ਵੀਂ ਸ਼੍ਰੇਣੀ ਦਾ ਜੋ ਅੱਜ 8 ਜੁਲਾਈ 2020 ਨੂੰ ਡੇਲੀ ਡੋਜ਼ ਦਾ ਕੰਮ ਆਇਆ ਹੈ, ਉਸ ਦੇ ਵਿੱਚ ਬਾਬਰ ਮੁਗਲ ਸਮਰਾਜ ਪਾਠ ਨੰਬਰ 14 ਹੈ। ਮੁਗਲ ਸਮਰਾਜ ਦੇ ਵਿੱਚ ਮੁਗਲ ਸਮਰਾਜ ਦੀ ਸਥਾਪਨਾ ਬਾਬਰ ਨੇ ਕੀਤੀ ਸੀ, ਜਿਸ ਦਾ ਪੂਰਾ ਨਾਮ ਜਹੀਰ ਉਦ-ਦੀਨ ਬਾਬਰ ਸੀ। ਬਾਬਰ ਨੇ ਭਾਰਤ ਦੇ ਵਿੱਚ 21 ਅਪ੍ਰੈਲ 1526 ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਲੋਧੀ ਵੰਸ਼ ਦਾ ਖਾਤਮਾ ਕੀਤਾ ਸੀ। ਜਿਵੇਂ ਕਿ ਸਾਨੂੰ ਪਤਾ ਹੈ, ਇਹ ਵੀਡੀਓ ਇਕੱਲੀ 7ਵੀਂ ਕਲਾਸ ਦੇ ਲਈ ਨਹੀਂ, ਸਾਰੀਆਂ ਕਲਾਸਾਂ ਜੋ ਬੱਚੇ NTSC ਟੈਸਟ ਦੀ ਜਾਂ ਕਿਸੇ ਹੋਰ ਟੈਸਟ ਦੀ ਤਿਆਰੀ ਕਰ ਰਹੇ ਹਨ, ਉਹਨਾਂ ਸਭ ਦੇ ਇਹ ਵੀਡੀਓ ਕੰਮ ਆਉਣ ਵਾਲੀ ਹੈ। ਅਤੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਤਾਂ ਜੋ ਤੁਹਾਨੂੰ ਇਕੱਲੀ ਇਕੱਲੀ ਗੱਲ ਸਮਝ ਆ ਸਕੇ। ਬਾਬਰ ਨੇ ਭਾਰਤ ਉੱਤੇ 1519 ਦੇ ਵਿੱਚ ਹਮਲੇ ਕਰਨੇ ਸ਼ੁਰੂ ਕੀਤੇ ਸੀ। ਬਾਬਰ ਇੱਕ ਤੁਰਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਸ਼ਾਸਕ ਸੀ। ਉਸਨੇ ਭਾਰਤ ਦੀ ਧਨ ਦੌਲਤ ਬਾਰੇ ਬਹੁਤ ਜ਼ਿਆਦਾ ਸੁਣਿਆ ਸੀ। ਬਾਬਰ ਭਾਰਤ ਦੀ ਉਸ ਧਨ ਦੌਲਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ, ਕਿਉਂਕਿ ਬਾਬਰ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਦੇਖੀਆਂ ਸਨ। ਪਰ ਜਦੋਂ ਉਸ ਨੂੰ ਭਾਰਤ ਦੀ ਧਨ ਦੌਲਤ ਬਾਰੇ ਪਤਾ ਲੱਗਿਆ ਅਤੇ ਉਸ ਨੂੰ ਭਾਰਤੀ ਰਾਜਿਆਂ ਦੀ, ਭਾਰਤੀ ਸ਼ਾਸਕਾਂ ਦੀ, ਜੋ ਕਿ ਉਸ ਸਮੇਂ ਲੋਧੀ ਸਲਤਨਤ ਦੇ ਅਧੀਨ ਸੀ, ਉਹਨਾਂ ਦੀ ਆਪਸੀ ਘਰੇਲੂ ਫੁੱਟ ਬਾਰੇ ਪਤਾ ਲੱਗਿਆ, ਤਾਂ ਬਾਬਰ ਨੇ ਇਸ ਫੁੱਟ ਦਾ ਫਾਇਦਾ ਉਠਾਉਂਦੇ ਹੋਏ 1519 ਈਸਵੀ ਵਿੱਚ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ ਸਨ। ਪਹਿਲੇ ਹਮਲੇ ਦੇ ਦੌਰਾਨ ਬਾਬਰ ਥੋੜ੍ਹੇ ਜਿਹੇ ਇਲਾਕੇ ਨੂੰ ਜਿੱਤ ਕੇ ਵਾਪਸ ਚਲਾ ਗਿਆ ਸੀ, ਪਰ ਉਸ ਤੋਂ ਬਾਅਦ ਜੋ ਭਾਰਤ ਦਾ ਇਤਿਹਾਸ ਹੈ ਦਿੱਲੀ ਸਲਤਨਤ ਦਾ, ਉਹ ਇੱਕੋ ਦਮ ਪਲਟਾ ਖਾ ਜਾਂਦਾ, ਕਿਉਂਕਿ ਬਾਬਰ ਦੇ ਹਮਲੇ ਤੋਂ ਬਾਅਦ ਦੌਲਤ ਖਾਂ ਲੋਧੀ ਪਹਿਲਾਂ ਵੀ ਆਲਮ ਖਾਂ ਲੋਧੀ ਨਾਲ ਮਿਲ ਕੇ ਇਬਰਾਹਿਮ ਲੋਧੀ ਦੇ ਵਿਰੁੱਧ ਕੋਈ ਨਾ ਕੋਈ ਵਿਉਂਤ ਘੜਦਾ ਰਹਿੰਦਾ ਸੀ। ਜਦੋਂ ਇਬਰਾਹਿਮ ਲੋਧੀ ਨੂੰ ਉਹਨਾਂ ਦੀਆਂ ਇਹਨਾਂ ਗੱਲਾਂ ਬਾਰੇ ਪਤਾ ਲੱਗਿਆ, ਤਾਂ ਇਬਰਾਹਿਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਵਿਖੇ ਬੁਲਾਇਆ। ਦੌਲਤ ਖਾਂ ਲੋਧੀ ਆਪ ਤਾਂ ਗਿਆ ਨਾ, ਉਸਨੇ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਭੇਜ ਦਿੱਤਾ। ਅਤੇ ਜਿਵੇਂ ਕਿ ਉਸ ਨੂੰ ਉਮੀਦ ਸੀ ਕਿ ਇਬਰਾਹਿਮ ਲੋਧੀ ਉਸ ਨਾਲ ਮਾੜਾ ਵਿਵਹਾਰ ਕਰੇਗਾ, ਤਾਂ ਇਬਰਾਹਿਮ ਲੋਧੀ ਨੇ ਠੀਕ ਉਸੇ ਤਰ੍ਹਾਂ ਦਿਲਾਵਰ ਲੋਧੀ ਨੂੰ, ਜਦੋਂ ਉਹ ਦਿੱਲੀ ਪਹੁੰਚਿਆ, ਜਾਂਦੇ ਸਾਰ ਹੀ ਉਸ ਨੂੰ ਕੈਦ ਵਿੱਚ ਸੁੱਟ ਦਿੱਤਾ ਅਤੇ ਉਸ ਨੂੰ ਬਹੁਤ ਡਰਾਇਆ ਧਮਕਾਇਆ। ਪਰ ਦਿਲਾਵਰ ਖਾਂ ਲੋਧੀ ਕਿਵੇਂ ਨਾ ਕਿਵੇਂ ਕਰਕੇ ਦਿੱਲੀ ਤੋਂ ਭੱਜ ਕੇ, ਕੈਦ ਦੇ ਵਿੱਚੋਂ ਨਿਕਲ ਕੇ ਪੰਜਾਬ ਵਾਪਸ ਆ ਗਿਆ। ਅਤੇ ਜਦੋਂ ਆਪਣੇ ਪਿਤਾ ਨੂੰ ਆ ਕੇ ਸਾਰੀ ਗੱਲਬਾਤ ਦੱਸੀ, ਤਾਂ ਇਸ ਅਪਮਾਨ ਨੂੰ ਨਾ ਸਹਿਣ ਕਰਦੇ ਹੋਏ ਦੌਲਤ ਖਾਂ ਲੋਧੀ ਨੇ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਕਾਬੁਲ ਦੇ ਸ਼ਾਸਕ ਬਾਬਰ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ। ਇਸੇ ਤਰ੍ਹਾਂ ਦਿੱਲੀ ਸਲਤਨਤ ਦੇ ਨਾਲ ਨਾਲ ਰਾਜਪੂਤ ਰਾਜ ਸਥਾਪਿਤ ਸਨ। ਤਾਂ ਜੋ ਦਿੱਲੀ ਦੇ ਨਾਲ ਦਾ ਇਲਾਕਾ, ਅਜਮੇਰ ਸਾਈਡ ਦਾ ਇਲਾਕਾ ਸੀ ਰਾਜਸਥਾਨ ਦਾ, ਜਿਸ ਨੂੰ ਪਹਿਲਾਂ ਰਾਜਪੂਤਾਨਾ ਵੀ ਕਹਿੰਦੇ ਸੀ, ਰਾਜਸਥਾਨ ਦਾ ਇਲਾਕਾ ਸੀ, ਉੱਥੇ ਰਾਜਪੂਤ ਸ਼ਾਸਕ ਰਾਣਾ ਸਾਂਗਾ ਦਾ ਰਾਜ ਸੀ। ਉਸਨੇ ਵੀ ਬਾਬਰ ਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ ਸੀ, ਕਿਉਂਕਿ ਉਹ ਵੀ ਚਾਹੁੰਦਾ ਸੀ ਵੀ ਕਿਵੇਂ ਨਾ ਕਿਵੇਂ ਕਰਕੇ ਇਬਰਾਹਿਮ ਲੋਧੀ ਨੂੰ ਦਿੱਲੀ ਸਲਤਨਤ ਦੀ ਗੱਦੀ ਉੱਤੋਂ ਉਤਾਰ ਦਿੱਤਾ ਜਾਵੇ। ਤਾਂ ਕਰਕੇ ਫਿਰ 1519 ਦੇ ਵਿੱਚ ਬਾਬਰ ਹਮਲਾ ਕਰਕੇ ਵਾਪਸ ਚਲਾ ਗਿਆ। ਦੌਲਤ ਖਾਂ ਲੋਧੀ ਦੇ ਬੁਲਾਉਣ 'ਤੇ ਬਾਬਰ ਫਿਰ ਆਇਆ। ਫਿਰ ਦੌਲਤ ਖਾਂ ਲੋਧੀ ਨੂੰ ਉਮੀਦ ਸੀ ਕਿ ਬਾਬਰ ਜਿੱਤੇ ਹੋਏ ਇਲਾਕੇ ਉਸ ਨੂੰ ਦੇ ਕੇ ਆਪ ਵਾਪਸ ਚਲਾ ਜਾਏਗਾ, ਪਰ ਅਜਿਹਾ ਨਾ ਹੋਇਆ। ਤਾਂ ਦੌਲਤ ਖਾਂ ਲੋਧੀ ਬਾਬਰ ਤੋਂ ਬਾਗੀ ਹੋ ਗਿਆ ਅਤੇ ਅਖੀਰ ਬਾਬਰ ਤੋਂ ਹਾਰ ਗਿਆ। ਫਿਰ ਜਦੋਂ ਬਾਬਰ ਵਾਪਸ ਚਲਾ ਗਿਆ, ਤਾਂ ਦੌਲਤ ਖਾਂ ਲੋਧੀ ਨੇ ਫਾਇਦਾ ਉਠਾ ਕੇ
ਆਲਮ ਖਾਂ ਲੋਧੀ ਹੋਰਾਂ ਨੂੰ ਉੱਥੋਂ ਪੰਜਾਬ ਦੇ ਵਿੱਚੋਂ ਕੱਢ ਦਿੱਤਾ। ਫਿਰ ਆਲਮ ਖਾਂ ਲੋਧੀ ਨੇ ਬਾਬਰ ਕੋਲ ਜਾ ਕੇ ਉਸ ਨਾਲ ਸੰਧੀ ਕੀਤੀ ਕਿ ਤੂੰ ਮੈਨੂੰ ਬਾਬਰ ਨਾਲ ਸੰਧੀ ਕੀਤੀ ਕਿ ਬਾਬਰ ਉਸ ਨੂੰ ਆਲਮ ਖਾਂ ਲੋਧੀ ਨੂੰ ਦਿੱਲੀ ਦਾ ਸੁਲਤਾਨ ਬਣਾਉਣ ਦੇ ਵਿੱਚ ਮਦਦ ਕਰੇਗਾ ਅਤੇ ਜੋ ਆਲਮ ਖਾਂ ਲੋਧੀ ਹੈ ਉਹ ਬਾਬਰ ਦਾ ਪੰਜਾਬ ਦੇ ਜਿੱਤੇ ਹੋਏ ਇਲਾਕਿਆਂ 'ਤੇ ਅਧਿਕਾਰ ਕਬੂਲ ਕਰੇਗਾ। ਪਰ ਆਲਮ ਖਾਂ ਲੋਧੀ ਇੰਨਾ ਸਮਾਂ ਵੇਟ ਨਾ ਕਰ ਸਕਿਆ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੌਲਤ ਖਾਂ ਲੋਧੀ ਨਾਲ ਮਿਲ ਕੇ ਇਬਰਾਹਿਮ ਲੋਧੀ ਵਿਰੁੱਧ ਸੈਨਾ ਭੇਜੀ, ਪਰ ਦੋਵੇਂ ਹਾਰ ਗਏ। ਤਾਂ ਬਾਬਰ ਕੀਤੇ ਹੋਏ ਇਕਰਾਰ ਦੇ ਅਨੁਸਾਰ 1524 ਦੇ ਵਿੱਚ ਪੰਜਾਬ ਉੱਤੇ ਹਮਲਾ ਕਰਨ ਲਈ ਆਇਆ। ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਆਲਮ ਖਾਂ ਲੋਧੀ ਤਾਂ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਿਆ ਹੈ ਤਾਂ ਬਾਬਰ ਨੂੰ ਇੱਕ ਵਾਰ ਤਾਂ ਬੜਾ ਦੁੱਖ ਹੋਇਆ, ਪਰ ਫਿਰ ਵੀ ਬਾਬਰ ਭਾਰਤ ਉੱਤੇ ਰਾਜ ਕਰਨਾ ਚਾਹੁੰਦਾ ਸੀ। ਤਾਂ ਇਸ ਤਰ੍ਹਾਂ ਉਸਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਕੇ ਦਿੱਲੀ ਦੇ ਵੱਲ ਮੂੰਹ ਕੀਤਾ। ਤਾਂ ਉੱਧਰੋਂ ਇਬਰਾਹਿਮ ਲੋਧੀ ਆਪਣੀ 1 ਲੱਖ ਦੀ ਸੈਨਾ ਲੈ ਕੇ ਪਾਣੀਪਤ ਜੋ ਕਿ ਵਰਤਮਾਨ ਸਮੇਂ ਸਾਡੇ ਹਰਿਆਣਾ ਸਟੇਟ ਦੇ ਵਿੱਚ ਹੈ। ਕਈ ਵਾਰ ਤੁਹਾਨੂੰ ਕੁਐਸਚਨ ਆ ਜੇ ਕਿ ਪਾਣੀਪਤ ਦੀਆਂ ਲੜਾਈਆਂ ਕਿੰਨੀਆਂ ਹੋਈਆਂ? 3 ਹੋਈਆਂ। ਲੜਾਈ ਪਹਿਲੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ। ਤਾਂ ਉਧਰੋਂ ਇਬਰਾਹਿਮ ਲੋਧੀ ਵੀ ਆਪਣੀ ਸੈਨਾ ਲੈ ਕੇ ਆਇਆ। ਤਾਂ ਬਾਬਰ ਦੀ ਸਭ ਤੋਂ ਜਿਹੜੀ ਅਹਿਮ ਲੜਾਈ ਸੀ ਉਹ ਸੀ ਪਾਣੀਪਤ ਦੀ। ਅਸੀਂ ਅੱਜ ਇਸ ਵੀਡੀਓ ਰਾਹੀਂ ਬਾਬਰ ਦੀਆਂ 4 ਜਿਨ੍ਹਾਂ ਬਾਰੇ ਹਰੇਕ ਪੇਪਰਾਂ ਦੇ ਵਿੱਚ ਹਰੇਕ ਟੈਸਟ ਦੇ ਵਿੱਚ ਕੁਐਸਚਨ ਆਉਂਦਾ ਹੈ ਅਤੇ ਬੱਚੇ ਉਹਨਾਂ ਦੇ ਬਾਰੇ ਆਮ ਤੌਰ 'ਤੇ, ਕਿਉਂਕਿ ਬੱਚਿਆਂ ਨੂੰ ਤਰਤੀਬ ਵਿੱਚ ਪਤਾ ਨਹੀਂ ਲੱਗਦਾ ਕਿ ਲੜਾਈ ਪਹਿਲਾਂ ਕਿਹੜੀ ਹੋਈ ਅਤੇ ਬਾਅਦ ਦੇ ਵਿੱਚ ਕਿਹੜੀ ਹੋਈ, ਤਾਂ ਅੱਜ ਅਸੀਂ ਇਸ ਵੀਡੀਓ ਰਾਹੀਂ ਉਹਨਾਂ 4 ਲੜਾਈਆਂ ਬਾਰੇ ਇੱਕ ਟ੍ਰਿਕ ਦੇ ਰਾਹੀਂ ਕਰਾਂਗੇ ਜੋ ਤੁਸੀਂ ਜ਼ਿੰਦਗੀ ਭਰ ਨਹੀਂ ਭੁੱਲੋਗੇ। ਜਿਵੇਂ ਕਿ ਬਾਬਰ ਦੀਆਂ 4 ਜਿੱਤਾਂ ਮੁੱਖ ਸਨ, ਉਸ ਦਾ ਅਸੀਂ ਤਰੀਕਾ ਬਣਾਇਆ ਹੈ ਯਾਦ ਕਰਨ ਦਾ। ਪਾਣੀ ਪੀ ਕੇ ਖਾਣਾ ਖਾ ਕੇ ਚੰਦਰੀ, ਪਾਣੀ ਪੀ ਕੇ ਖਾਣਾ ਖਾ ਕੇ ਚੰਦਰੀ ਚੱਲੀ ਘਾਗਰਾ ਪਾ ਕੇ। ਜੋ ਪਾਣੀ, ਖਾਣਾ, ਚੰਦਰੀ ਅਤੇ ਘਾਗਰਾ, ਇਹ 4 ਉਸ ਦੀਆਂ ਪ੍ਰਮੁੱਖ ਤਰਤੀਬਵਾਰ ਲੜਾਈਆਂ ਸਨ। ਪਾਣੀ ਪੀ ਕੇ ਖਾਣਾ ਖਾ ਕੇ ਚੰਦਰੀ ਚੱਲੀ ਘਾਗਰਾ ਪਾ ਕੇ। ਤਾਂ ਸਭ ਤੋਂ ਪਹਿਲਾਂ ਪਾਣੀ ਤੇ ਬਣ ਗਿਆ ਪਾਣੀਪਤ। ਇਹ ਲੜਾਈ ਹੋਈ 21 ਅਪ੍ਰੈਲ 1526 ਨੂੰ ਅਤੇ ਕਿਹਨਾਂ ਵਿਚਕਾਰ ਹੋਈ? ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਇਹ ਪਾਣੀਪਤ ਦੀ ਪਹਿਲੀ ਲੜਾਈ ਹੈ। ਅਤੇ ਇਸ ਦਾ ਨਤੀਜਾ ਕੀ ਨਿਕਲਿਆ? ਇਬਰਾਹਿਮ ਲੋਧੀ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ ਅਤੇ ਬਾਬਰ ਨੇ ਆਗਰਾ ਅਤੇ ਦਿੱਲੀ 'ਤੇ ਕਬਜ਼ਾ ਕਰ ਲਿਆ ਸੀ। ਕਿਉਂਕਿ ਰਾਣਾ ਸਾਂਗਾ ਨੇ, ਜੋ ਕਿ ਮੇਵਾੜ ਦਾ ਰਾਜਸਥਾਨ ਵਾਲੇ ਪਾਸੇ ਦਾ ਰਾਜਾ ਸੀ, ਜਦੋਂ ਬਾਬਰ ਨੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ ਤਾਂ ਰਾਣਾ ਸਾਂਗਾ ਦੇ ਦਿਲ ਅੰਦਰ ਅੱਗ ਲੱਗ ਗਈ, ਕਿਉਂਕਿ ਉਸ ਨੂੰ ਤਾਂ ਇਹ ਸੀ ਕਿ ਬਾਬਰ ਵਾਪਸ ਚਲਾ ਜਾਏਗਾ। ਪਰ ਬਾਬਰ ਉਸ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਿਆ। ਤਾਂ ਫਿਰ ਇਸ ਤੋਂ ਬਾਅਦ 21 ਅਪ੍ਰੈਲ 1526 ਤੋਂ ਬਾਅਦ ਬਾਬਰ ਨੇ ਪਾਣੀ ਪੀਤਾ, ਲੜਾਈ ਹੋਈ ਪਾਣੀਪਤ ਦੀ। ਫਿਰ ਪਾਣੀ ਤਾਂ ਪੀ ਲਿਆ, ਅੱਗੇ ਬਾਬਰ ਨੇ ਖਾਣਾ ਵੀ ਖਾਣਾ ਹੈ, ਕਿਉਂਕਿ ਇੱਕ ਵਾਰ ਤਾਂ ਜਦੋਂ ਕਿ ਮਹਿਮਾਨ ਆਉਂਦਾ ਹੈ ਸਾਡੇ ਘਰ ਵਿੱਚ, ਮਹਿਮਾਨਬਾਜ਼ੀ ਦੇ ਤੌਰ 'ਤੇ ਅਸੀਂ ਉਸ ਨੂੰ ਪਾਣੀ ਪਿਲਾਉਂਦੇ ਹਾਂ। ਤਾਂ ਬਾਬਰ ਨੇ ਉਸੇ ਤਰ੍ਹਾਂ ਮਹਿਮਾਨ ਦੇ ਤੌਰ 'ਤੇ ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ 21 ਅਪ੍ਰੈਲ 1526 ਨੂੰ ਪਾਣੀ ਪੀਤਾ। ਤਾਂ ਪਾਣੀ ਪੀ ਕੇ ਉਹ ਸਾਡਾ ਮਹਿਮਾਨ ਸੀ, ਭਾਰਤ ਦਾ ਮਹਿਮਾਨ ਬਣ ਕੇ ਭਾਰਤ ਉੱਤੇ ਹਮਲਾ ਕਰਨ ਆਇਆ ਸੀ, ਤਾਂ ਹੁਣ ਉਸ ਨੂੰ ਖਾਣਾ ਵੀ ਤਾਂ ਚਾਹੀਦਾ। ਉਸ ਨੂੰ ਖਾਣ ਦੇ ਲਈ ਤਾਂ ਜੋ ਅਗਲੀ ਲੜਾਈ ਹੈ ਉਹ ਹੈ ਖਨੂਆ ਦੀ, ਬੈਟਲ ਆਫ ਖਨੂਆ ਵੀ ਕਹਿ ਦਿੰਦੇ ਨੇ, ਕਾਨਵਾ ਵੀ ਕਹਿ ਦਿੰਦੇ ਨੇ, ਖਾਨਵਾ ਵੀ ਕਹਿ ਦਿੰਦੇ ਨੇ। ਬੋਲਣ ਦਾ ਤਰੀਕਾ ਹੈ ਬੈਟਲ ਆਫ ਖਨੂਆ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ ਕਿ ਰਾਣਾ ਸਾਂਗਾ ਅਤੇ ਦੌਲਤ ਖਾਂ ਲੋਧੀ ਨੇ
ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ। ਦੌਲਤ ਖਾਂ ਲੋਧੀ ਤਾਂ ਆਪਣਾ ਰੰਗ ਪਹਿਲਾਂ ਹੀ ਦਿਖਾ ਗਿਆ ਸੀ ਪੰਜਾਬ ਦੇ ਵਿੱਚ, ਅਤੇ ਉਸਦੇ ਸਾਰੇ ਰੰਗ ਖਤਮ ਹੋ ਗਏ ਸਨ। ਉਸ ਤੋਂ ਬਾਅਦ ਫਿਰ ਇਬਰਾਹਿਮ ਲੋਧੀ ਲੜਾਈ ਦੇ ਵਿੱਚ ਹਾਰਿਆ ਗਿਆ, ਅਤੇ ਜੋ ਤੀਜਾ ਮੁੱਢ ਸੀ ਰਾਣਾ ਸਾਂਗਾ ਨੂੰ ਤਾਂ ਇਹ ਸੀਗਾ ਕਿ ਬਾਬਰ ਇੱਕ ਮਹਿਮਾਨ ਬਣ ਕੇ ਆਇਆ ਅਤੇ ਮਹਿਮਾਨਬਾਜ਼ੀ ਕਰਕੇ ਪਾਣੀ ਪੀ ਕੇ ਚਲਾ ਜਾਊਗਾ, ਪਰ ਉਸ ਨੂੰ ਕੀ ਪਤਾ ਸੀ ਇਹ ਤਾਂ ਇੱਥੇ ਹੀ ਘਰ ਪਾ ਕੇ ਬਹਿ ਜਾਊਗਾ ਕਿ ਇੱਥੇ ਖਾਣਾ ਵੀ ਖਾਊਗਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਫਿਰ ਜੋ ਰਾਣਾ ਸਾਂਗਾ ਨੂੰ ਪਤਾ ਲੱਗਿਆ ਕਿ ਬਾਬਰ ਨੇ ਆਗਰਾ ਅਤੇ ਦਿੱਲੀ 'ਤੇ ਅਧਿਕਾਰ ਕਰ ਲਿਆ, ਤਾਂ ਰਾਣਾ ਸਾਂਗਾ ਨੇ ਬਾਬਰ ਦਾ ਵਿਰੋਧ ਕੀਤਾ। ਤਾਂ ਜੋ ਉਸ ਤੋਂ ਅਗਲੀ ਲੜਾਈ ਹੋਈ ਉਹ ਹੋਈ ਰਾਣਾ ਸਾਂਗਾ ਅਤੇ ਬਾਬਰ ਦੇ ਵਿਚਕਾਰ ਬੈਟਲ ਆਫ ਖਨੂਆ। ਇਹ 16 ਮਾਰਚ 1527 ਨੂੰ ਬਾਬਰ ਅਤੇ ਮਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਵਿਚਕਾਰ ਹੋਈ। ਇਸ ਦਾ ਨਤੀਜਾ ਕੀ ਨਿਕਲਿਆ, ਰਾਣਾ ਸਾਂਗਾ ਹਾਰ ਗਿਆ ਸੀ ਅਤੇ ਉਹ ਮਾਰਿਆ ਗਿਆ ਸੀ। ਬਾਬਰ ਨੇ ਪਹਿਲਾਂ ਤਾਂ ਇਕੱਲੇ ਦਿੱਲੀ ਅਤੇ ਆਗਰਾ 'ਤੇ ਅਧਿਕਾਰ ਕੀਤਾ ਸੀ, ਹੁਣ ਬਾਬਰ ਨੇ ਪੂਰੇ ਉੱਤਰੀ ਭਾਰਤ ਦੇ ਉੱਤੇ ਅਧਿਕਾਰ ਕਰ ਲਿਆ। ਜੋ ਇਹ ਲੜਾਈ ਹੋਈ ਸੀ ਇੱਕ ਪਿੰਡ ਆ ਖਨੂਆ, ਜ਼ਿਲ੍ਹਾ ਭਰਤਪੁਰ ਹੈਗਾ ਰਾਜਸਥਾਨ ਦਾ। ਜੇ ਕੋਈ ਪੁੱਛ ਲਏ ਕਿ ਜਿਹੜੀ ਲੜਾਈ ਹੋਈ ਸੀ ਖਨੂਆ ਦੀ, ਪਹਿਲੀ ਗੱਲ ਤਾਂ ਕਿਹਨਾਂ ਦੇ ਵਿਚਕਾਰ ਹੋਈ ਸੀ, ਬਾਬਰ ਅਤੇ ਰਾਣਾ ਸਾਂਗਾ ਦੇ ਮੇਵਾੜ ਦੇ ਸ਼ਾਸਕ। ਫਿਰ ਜੇ ਪੁੱਛ ਲਏ ਕਦੋਂ ਹੋਈ, ਤਾਂ 16 ਮਾਰਚ 1527 ਨੂੰ ਹੋਈ। ਜੇ ਕੋਈ ਪੁੱਛ ਲਏ ਅਗਲਾ ਕੁਐਸਚਨ ਆ ਜੇ ਕਿ ਜੋ ਇਹ ਖਨੂਆ ਹੈ ਇਹ ਕਿੱਥੇ ਹੈ, ਇਹ ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਵਿੱਚ ਹੈ, ਜੋ ਕਿ ਫਤਿਹਪੁਰ ਸਿਕਰੀ ਦੇ ਬਿਲਕੁਲ ਨੇੜੇ ਹੈ। ਫਤਿਹਪੁਰ ਸਿਕਰੀ ਆਗਰਾ ਦੇ ਵਿੱਚ ਹੈ। ਜੇ ਖਨੂਆ ਹੈ ਇਹ ਰਾਜਸਥਾਨ ਦਾ ਜ਼ਿਲ੍ਹਾ ਭਰਤਪੁਰ ਹੈ, ਉੱਥੇ ਹੈ। ਤਾਂ ਨਤੀਜਾ ਕੀ ਨਿਕਲਿਆ, ਤਾਂ ਪਾਣੀ ਪੀਣ ਤੋਂ ਬਾਅਦ ਬਾਬਰ ਨੇ ਦਿੱਲੀ ਅਤੇ ਆਗਰਾ 'ਤੇ ਅਧਿਕਾਰ ਕੀਤਾ ਸੀ, ਹੁਣ ਤਾਂ ਪੂਰੇ ਉੱਤਰੀ ਭਾਰਤ ਦਾ ਹੀ ਪਾਣੀ ਪੀ ਗਿਆ ਅਤੇ ਨਾਲੇ ਰੋਟੀ ਵੀ ਖਾ ਲਈ, ਖਾਣਾ ਵੀ ਖਾ ਲਿਆ। ਤਾਂ ਇਸ ਤੋਂ ਬਾਅਦ ਕੀ ਹੋਊਗਾ, ਇਸ ਤੋਂ ਬਾਅਦ ਜੋ ਬਚੇ ਹੋਏ ਨੇ ਅਫਗਾਨ ਅਤੇ ਰਾਜਪੂਤ, ਉਹਨਾਂ ਨੂੰ ਵੀ ਬਾਬਰ ਚੰਗੀ ਤਰ੍ਹਾਂ ਖਾਣਾ ਖਵਾਊਗਾ। ਤਾਂ ਫਿਰ ਪਾਣੀ ਪੀਣ ਤੋਂ ਬਾਅਦ ਖਾਣਾ ਵੀ ਖਾ ਲਿਆ, ਤਾਂ ਇਸ ਤੋਂ ਬਾਅਦ ਬਾਬਰ ਕੀ ਕਰੂਗਾ, ਘੱਗਰਾ ਵੀ ਪਵਾਊਗਾ। ਤਾਂ ਫਿਰ ਲੜਾਈ ਤੀਜੀ ਹੋਈ ਚੰਦਰੀ ਭਾਵ ਚੰਦੇਰੀ। ਇਹ ਲੜਾਈ ਹੋਈ 20 ਜਨਵਰੀ 1528। ਜਿਵੇਂ ਕਿ ਪਹਿਲਾਂ ਲੜਾਈ ਹੋਈ ਸੀ 21 ਅਪ੍ਰੈਲ 1526 ਨੂੰ ਪਾਣੀਪਤ ਦੀ, ਫਿਰ ਹੋਈ 16 ਮਾਰਚ 1527 ਨੂੰ ਖਨੂਆ ਦੀ, 16 ਮਾਰਚ 1527 ਨੂੰ ਖਨੂਆ ਦੀ। ਫਿਰ ਲੜਾਈ ਹੋਈ ਚੰਦੇਰੀ ਦੀ 20 ਜਨਵਰੀ 1528 ਨੂੰ। ਇਹ ਹੋਈ ਸੀ ਬਾਬਰ ਅਤੇ ਰਾਜਪੂਤ, ਜੋ ਬਾਕੀ ਰਾਜਪੂਤ ਸਨ। ਇਹਨਾਂ ਰਾਜਪੂਤਾਂ ਦੀ ਅਗਵਾਈ ਮੇਦਨੀ ਰਾਓ ਕਰ ਰਿਹਾ ਸੀ। ਜੋ ਮਾਲਵਾ ਖੇਤਰ ਪਹਿਲਾਂ ਮੱਧ ਪ੍ਰਦੇਸ਼ ਦੇ ਇਲਾਕੇ ਨੂੰ ਕਿਹਾ ਜਾਂਦਾ ਸੀ, ਜੋ ਕਿ ਵਰਤਮਾਨ ਜੋ ਚੰਦੇਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਹੈ, ਉੱਥੇ ਇਹ ਲੜਾਈ ਹੋਈ ਸੀ। ਇਸ ਦਾ ਨਤੀਜਾ ਕੀ ਨਿਕਲਿਆ, ਇਸ ਦੇ ਵਿੱਚ ਵੀ ਬਾਬਰ ਦੀ ਜਿੱਤ ਹੋਈ ਅਤੇ ਬਾਬਰ ਦਾ ਮਾਲਵਾ ਦੇ ਖੇਤਰ ਭਾਵ ਵਰਤਮਾਨ ਮੱਧ ਪ੍ਰਦੇਸ਼ ਦੇ ਖੇਤਰ ਉੱਤੇ ਅਧਿਕਾਰ ਹੋ ਗਿਆ। ਇਸ ਤਰ੍ਹਾਂ 3 ਲੜਾਈਆਂ, ਪਾਣੀ ਪੀ ਕੇ, ਖਾਣਾ ਖਾ ਕੇ, ਚੰਦਰੀ ਤਾਂ ਚੰਦੇਰੀ ਦੀ ਲੜਾਈ ਮੇਦਨੀ ਰਾਓ ਅਤੇ ਬਾਬਰ ਦੇ ਵਿਚਕਾਰ, ਇਸ ਵਿੱਚ ਵੀ ਬਾਬਰ ਦੀ ਜਿੱਤ ਹੋਈ ਸੀ। ਤਾਂ ਫਿਰ ਗਾਗਰਾ, ਇਹ ਹੈਗੀ ਆ ਬਾਬਰ ਦੀ ਚੌਥੀ ਅਹਿਮ ਜਿੱਤ। ਇਹ ਹੋਈ ਸੀ 6 ਮਈ 1529 ਨੂੰ। ਇਹ ਹੋਈ ਸੀ ਬਾਬਰ ਅਤੇ ਅਫਗਾਨਾਂ ਦੇ ਵਿਚਕਾਰ, ਕਿਉਂਕਿ ਇਬਰਾਹਿਮ ਲੋਧੀ ਵੀ ਇੱਕ ਅਫਗਾਨ ਸੀ, ਪਰ ਜੋ ਬਾਕੀ ਅਫਗਾਨ ਬਚ ਗਏ ਸਨ ਉਹ ਬਾਬਰ ਨੂੰ, ਇੱਕ ਤੁਰਕ ਨੂੰ ਕਿਵੇਂ ਸਹਿਣ ਕਰ ਸਕਦੇ ਸਨ। ਤਾਂ ਇਹ 6 ਮਈ 1529 ਨੂੰ ਬਾਬਰ ਅਤੇ ਅਫਗਾਨਾਂ ਦੇ ਵਿਚਕਾਰ ਹੋਈ ਸੀ, ਅਤੇ ਨਤੀਜਾ ਕੀ ਨਿਕਲਿਆ, ਇਸ ਦੇ ਵਿੱਚ ਵੀ ਬਾਬਰ ਦੀ ਜਿੱਤ ਹੋਈ, ਅਤੇ ਜੋ ਅਫਗਾਨਾਂ ਦੀ ਬਚੀ ਖੁਚੀ ਸ਼ਕਤੀ ਸੀ ਉਹ ਵੀ ਬਿਲਕੁਲ ਖਤਮ ਹੋ ਗਈ। ਤਾਂ ਇਸ ਤੋਂ ਬਾਅਦ ਜੋ ਗਾਗਰਾ ਹੈ ਇੱਕ ਨਦੀ ਹੈ, ਇਹ ਬਿਹਾਰ, ਜੋ ਗਾਗਰਾ ਹੈ
ਜੇਕਰ ਤੁਹਾਨੂੰ ਕੋਈ ਪੁੱਛ ਲਏ ਪਾਣੀਪਤ ਵਰਤਮਾਨ ਹਰਿਆਣੇ ਦੇ ਵਿੱਚ ਹੈ, ਹਰਿਆਣਾ ਸਟੇਟ ਦੇ ਵਿੱਚ ਹੈ। ਫਿਰ ਖਣੂਆ ਰਾਜਸਥਾਨ ਦਾ ਜ਼ਿਲ੍ਹਾ ਭਰਤਪੁਰ ਜੋ ਕਿ ਫਤਿਹਪੁਰ ਸਿਕਰੀ ਦੇ ਨੇੜੇ ਹੈ। ਫਿਰ ਉਸ ਤੋਂ ਬਾਅਦ ਚੰਦੇਰੀ ਮਾਲਵਾ ਮੱਧ ਪ੍ਰਦੇਸ਼ ਦੇ ਵਿੱਚ ਹੈ। ਫਿਰ ਘਾਗਰਾ ਹੈ ਇਹ ਵਰਤਮਾਨ ਬਿਹਾਰ ਦਾ ਇੱਕ ਘਾਗਰਾ ਨਦੀ ਹੈ ਉਸ ਦੇ ਕੋਲ ਹੋਈ। ਅਤੇ ਜੋ ਜਗ੍ਹਾ ਹੈ ਇਹ ਜਗ੍ਹਾ ਛਪੜਾ ਦੇ ਕੋਲ ਹੈ। ਇਸ ਤਰ੍ਹਾਂ ਬਾਬਰ ਦੀਆਂ ਚਾਰੇ ਲੜਾਈਆਂ ਵਿੱਚ ਬਾਬਰ ਦੀਆਂ ਜਿੱਤਾਂ ਹੋਈਆਂ। ਅਤੇ ਜਿਸ ਤੋਂ ਬਾਅਦ ਬਾਬਰ ਨੇ ਮੁਗਲ ਵੰਸ਼ ਦੀ ਨੀਂਹ ਰੱਖੀ ਸੀ, ਪਰ ਬਾਬਰ ਜ਼ਿਆਦਾ ਸਮਾਂ ਰਾਜ ਨਾ ਕਰ ਸਕਿਆ। ਜੇਕਰ ਅਸੀਂ ਬਾਬਰ ਦੀ ਪੂਰੀ ਕਹਾਣੀ ਪੜ੍ਹੀਏ ਤਾਂ ਬਾਬਰ ਦੀ ਸਾਰੀ ਜ਼ਿੰਦਗੀ ਲੜਾਈਆਂ ਲੜਦੇ ਦੀ ਹੀ ਜ਼ਿੰਦਗੀ ਦੇ ਵਿੱਚ ਧੱਕੇ ਖਾਂਦੇ ਦੀ ਹੀ ਲੰਘ ਗਈ ਸੀ। ਅਤੇ ਬਾਬਰ ਪਹਿਲਾਂ ਮੱਧ ਏਸ਼ੀਆ ਤੋਂ ਬਾਬਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਫਿਰ ਕਾਬਲ ਦੇ ਵਿੱਚੋਂ ਤਾਂ ਹੌਲੀ ਅਤੇ ਜਦੋਂ ਬਾਬਰ ਨੇ ਇੱਕ ਆਰਾਮ ਦੀ ਜ਼ਿੰਦਗੀ ਜਿਉਣੀ ਸੀ ਬਾਬਰ ਨੇ, ਤਾਂ ਪਰ ਅਫਸੋਸ ਦੀ ਗੱਲ 1530 ਵਿੱਚ ਬਾਬਰ ਦੀ ਮੌਤ ਹੋ ਗਈ। 1530 ਵਿੱਚ ਬਾਬਰ ਦੀ ਮੌਤ ਹੋ ਗਈ। ਬਾਬਰ ਕਦੇ ਵੀ ਆਰਾਮ ਦੀ ਜ਼ਿੰਦਗੀ ਜਿਉ ਨਹੀਂ ਸਕਿਆ। ਇਸ ਲਈ ਜਿੱਥੇ ਬਾਬਰ ਨੂੰ ਦਫਨਾਇਆ ਗਿਆ ਸੀ ਉਸ ਦਾ ਨਾਮ ਵੀ ਆਰਾਮ ਬਾਗ ਰੱਖਿਆ ਗਿਆ ਸੀ। ਪਰ ਬਾਬਰ ਆਰਾਮ ਦੀ ਨੀਂਦ ਕਦੇ ਨਹੀਂ ਸੌਂ ਸਕਿਆ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ, ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਵੀ ਬੱਚੇ ਆਪਣੇ ਟੈਸਟਾਂ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਇਹ ਚਾਰੇ ਲੜਾਈਆਂ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ, ਕਿਉਂਕਿ ਹਰੇਕ ਟੈਸਟ ਵਿੱਚ ਇੱਕ ਅੱਧਾ ਕੁਐਸਚਨ ਇਹਨਾਂ ਦੇ ਵਿੱਚੋਂ ਜ਼ਰੂਰ ਆਉਂਦਾ ਹੈ। ਧੰਨਵਾਦ।